ਬੱਚਿਓ, ਅੱਜ ਅਸੀਂ 10ਵੀਂ ਜਮਾਤ ਦੀ ਸਮਾਜਿਕ ਦੇ ਵਿਸ਼ੇ ਦੀ ਅਰਥ ਸ਼ਾਸਤਰ ਦਾ ਪਾਠ ਪਹਿਲਾ ਮੁੱਢਲੀਆਂ ਧਾਰਨਾਵਾਂ ਪੜ੍ਹਾਂਗੇ। ਮਾਈਂਡ ਮੈਪ ਉਹਦੇ ਦੇਖਾਂਗੇ, ਸਮਝਾਂਗੇ ਅਤੇ ਅਖੀਰ ਵਿੱਚ ਉਹਦੇ ਪ੍ਰਸ਼ਨ ਉੱਤਰ ਕਰਾਂਗੇ। ਪਹਿਲਾਂ ਜਿਹੜਾ ਸਾਡਾ ਤੁਸੀਂ ਦੇਖ ਰਹੇ ਹੋਗੇ ਮਾਈਂਡ ਮੈਪ ਦੇ ਉੱਤੇ ਹੀ ਮੁੱਢਲੀਆਂ ਧਾਰਨਾਵਾਂ। ਅਰਥ ਸ਼ਾਸਤਰ ਦੇ ਵਿੱਚ ਕੁਝ ਸ਼ਬਦਾਂ ਦਾ ਪ੍ਰਯੋਗ ਆ ਜਿਹੜਾ ਉਹ ਖਾਸ ਅਰਥਾਂ ਵਾਸਤੇ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ ਅਸੀਂ ਮੁੱਢਲੀਆਂ ਧਾਰਨਾਵਾਂ ਕਹਿ ਦਿੰਦੇ ਹਾਂ। ਅੱਗੇ ਮੁੱਢਲੀਆਂ ਧਾਰਨਾਵਾਂ ਦੇ ਵਿੱਚ ਜਿਹੜਾ ਸਾਡਾ ਪਹਿਲਾ ਹੈਗਾ ਉਹ ਹੈ ਸਾਡੀ ਰਾਸ਼ਟਰੀ ਆਮਦਨ। ਰਾਸ਼ਟਰੀ ਆਮਦਨ ਦੀ ਜੇ ਅਸੀਂ ਗੱਲ ਕਰਦੇ ਹਾਂ ਤਾਂ ਕਿਸੇ ਦੇਸ਼ ਦੇ ਨਿਵਾਸੀਆਂ ਨੂੰ ਕਿਸੇ ਖਾਸ ਅਵਧੀ ਦੌਰਾਨ ਉਹਦੀਆਂ ਉਤਪਾਦਕ ਸੇਵਾਵਾਂ ਦੇ ਬਦਲੇ ਪ੍ਰਾਪਤ ਹੋਣ ਵਾਲੀ ਕੁੱਲ ਆਮਦਨ, ਜਿਵੇਂ ਮਜ਼ਦੂਰੀ, ਵਿਆਜ, ਲਗਾਨ ਅਤੇ ਲਾਭ ਦਾ ਜਿਹੜਾ ਕੁੱਲ ਜੋੜ ਆ ਉਹ ਸ਼ੁੱਧ ਅਰਜਿਤ ਆਮਦਨ ਨੂੰ ਅਸੀਂ ਕਹਿ ਦਿੰਦੇ ਹਾਂ ਰਾਸ਼ਟਰੀ ਆਮਦਨ। ਇਹਨੂੰ ਤੁਸੀਂ ਦੇਖ ਵੀ ਸਕਦੇ ਹੋ। ਇਹਦੋਂ ਅੱਗੇ ਸਾਡਾ ਅਗਲਾ ਆ ਗਿਆ ਜਿਹੜਾ ਉਹ ਹੈ ਸਾਡਾ ਪ੍ਰਤੀ ਵਿਅਕਤੀ ਆਮਦਨ। ਪ੍ਰਤੀ ਵਿਅਕਤੀ ਆਮਦਨ ਦੀ ਜੇ ਅਸੀਂ ਗੱਲ ਕਰਾਂਗੇ ਤਾਂ ਕਿਸੇ ਦੇਸ਼ ਦੇ ਲੋਕਾਂ ਨੂੰ ਇੱਕ ਨਿਸ਼ਚਿਤ ਅਵਧੀ ਵਿੱਚ ਪ੍ਰਾਪਤ ਹੋਣ ਵਾਲੀ ਔਸਤ ਆਮਦਨ ਨੂੰ ਕਹਾਂਗੇ ਅਸੀਂ ਪ੍ਰਤੀ ਵਿਅਕਤੀ ਆਮਦਨ। ਉਸ ਤੋਂ ਅੱਗੇ ਸਾਡਾ ਆ ਗਿਆ ਉਪਭੋਗ। ਉਪਭੋਗ ਹੈ ਜਿਹੜਾ ਸਾਡਾ, ਇਹਦਾ ਅਰਥ ਅਸੀਂ ਕਹਾਂਗੇ ਉਪਭੋਗ ਹੈ ਜਿਹੜਾ ਉਹ ਇਨਸਾਨ ਨੂੰ, ਵਿਅਕਤੀ ਨੂੰ ਕਹਾਂਗੇ ਜਿਸ ਰਾਹੀਂ ਮਨੁੱਖ ਦੀਆਂ ਲੋੜਾਂ ਨੂੰ ਪ੍ਰਤੱਖ ਸੰਤੁਸ਼ਟੀ ਮਿਲਦੀ ਹੈ। ਜਿਵੇਂ ਬੱਚੇ ਉਹ ਆਪਦੀ ਪਿਆਸ ਬੁਝਾਉਣ ਲਈ ਪਾਣੀ ਪੀਂਦਾ ਹੈ, ਭੁੱਖ ਮਿਟਾਉਣ ਲਈ ਰੋਟੀ ਖਾਂਦਾ ਹੈ, ਉਹਦੀਆਂ ਲੋੜਾਂ ਨੂੰ ਸੰਤੁਸ਼ਟ ਕਰਦਾ, ਲੋੜਾਂ ਦੀ ਸੰਤੁਸ਼ਟੀ ਕਰਦੇ। ਜਿਹੜਾ ਜਿਨ੍ਹਾਂ ਦੀ ਲੋੜਾਂ ਦੀ ਸੰਤੁਸ਼ਟੀ ਹੁੰਦੀ ਆ ਉਹਨੂੰ ਅਸੀਂ ਉਪਭੋਗ ਕਹਾਂਗੇ। ਉਪਭੋਗ ਹੈ ਜਿਹੜਾ ਸਾਡਾ, ਅੱਗੇ ਉਹਦੀਆਂ ਅਸੀਂ ਦੋ ਪ੍ਰਕਾਰ ਜਿਹੜੀਆਂ ਕਰਾਂਗੇ, ਤੁਸੀਂ ਮਾਈਂਡ ਮੈਪ 'ਚ ਵੀ ਦੇਖ ਸਕਦੇ ਹੋ। ਔਸਤ ਉਪਭੋਗ ਪ੍ਰਵਿਰਤੀ। ਔਸਤ ਉਪਭੋਗ ਪ੍ਰਵਿਰਤੀ ਹੈ ਜਿਹੜੀ ਸਾਡੀ ਕੁੱਲ ਖਰਚੇ ਅਤੇ ਕੁੱਲ ਆਮਦਨ ਦੇ ਅਨੁਪਾਤ ਨੂੰ ਕਹਿੰਦੇ ਹਾਂ ਅਸੀਂ। ਜੇ ਅਸੀਂ ਸਾਡੀ 100 ਕਰੋੜ ਰੁਪਏ ਦੀ ਆਮਦਨ ਹੈ ਅਤੇ ਉਹ 'ਚੋਂ ਅਸੀਂ 80 ਕਰੋੜ ਰੁਪਏ ਉਪਭੋਗ 'ਤੇ ਖਰਚ ਕਰਦੇ ਹਾਂ ਤਾਂ ਉਸ ਨੂੰ ਅਸੀਂ ਔਸਤ ਉਪਭੋਗ ਪ੍ਰਵਿਰਤੀ ਕਹਾਂਗੇ। ਜਾਣੀ ਕਿ ਜਿਹੜਾ 80% ਹਿੱਸਾ 80 ਕਰੋੜ ਹੈ ਉਹ ਅਸੀਂ ਉਪਭੋਗ 'ਤੇ ਖਰਚ ਕਰਦੇ ਹਾਂ ਅਤੇ 20 ਹੈ ਜਿਹੜਾ ਅਸੀਂ ਬਚਾਉਣੇ ਹਾਂ 20 ਕਰੋੜ। ਅੱਗੇ ਸੀਮਾਂਤ ਉਪਭੋਗ ਪ੍ਰਵਿਰਤੀ ਆ ਗਈ ਜਿਹੜੀ, ਇਹ ਹੈ ਆਮਦਨ ਵਿੱਚ ਹੋਣ ਵਾਲੇ ਪਰਿਵਰਤਨ ਨੂੰ, ਵੀ ਜਦੋਂ ਸਾਡੀ ਆਮਦਨ ਦੇ ਵਿੱਚ ਪਰਿਵਰਤਨ ਹੁੰਦਾ। ਜੇ ਪਹਿਲੇ ਸਾਲ ਕਿਸੇ ਵਿਅਕਤੀ ਨੇ 10 ਲੱਖ ਕਮਾਇਆ ਤਾਂ ਉਸ ਤੋਂ ਅੱਗੇ ਉਹ ਜੇ 20 ਲੱਖ ਕਮਾਉਂਦਾ ਤਾਂ ਉਹਦਾ ਆਮਦਨ ਵਿੱਚ ਪਰਿਵਰਤਨ ਹੈਗਾ। ਅੱਗੇ ਆ ਗਿਆ ਸਾਡਾ ਬੱਚਤ। ਬੱਚਤ ਹੈ ਸਾਡੀ ਜਿਹੜੀ ਆਮਦਨ ਦੇ ਵਿੱਚੋਂ ਅਸੀਂ ਉਪਭੋਗ ਦਾ ਖਰਚ ਹੈ ਜਿਹੜਾ ਉਹ ਘਟਾ ਦਾਂਗੇ ਤਾਂ ਜਿਹੜਾ ਸਾਡੇ ਕੋਲੇ ਬਾਕੀ ਧਨ ਬਚੂਗਾ ਉਹਨੂੰ ਅਸੀਂ ਕੀ ਕਹਾਂਗੇ, ਬੱਚਤ। ਬੱਚਤ ਅਸੀਂ ਕਿਵੇਂ ਕੱਢਾਂਗੇ, ਆਮਦਨ ਤੇ ਘਟਾਓ ਉਪਭੋਗ, ਇਹ ਸਾਡੀ ਆ ਜੂਗੀ ਬੱਚਤ। ਅੱਗੇ ਅਸੀਂ ਗੱਲ ਕਰਾਂਗੇ ਨਿਵੇਸ਼ ਦੀ। ਨਿਵੇਸ਼ ਹੈ ਜਿਹੜਾ ਸਾਡਾ ਪੂੰਜੀ ਵਿੱਚ ਹੋਣ ਵਾਲੇ ਵਾਧੇ ਨੂੰ ਕਹਿੰਦੇ ਹਾਂ ਅਸੀਂ ਨਿਵੇਸ਼। ਜੋ ਭਾਗ ਜਦੋਂ ਅਸੀਂ ਕੋਈ ਮਨੁੱਖ ਪੈਸਾ ਕਮਾਉਂਦਾ ਹੈ ਤਾਂ ਉਹ ਜਿਹੜਾ ਪੈਸਾ ਉਹ ਉਪਭੋਗ 'ਤੇ ਖਰਚ ਕਰਨ ਤੋਂ ਬਾਅਦ ਨਾਲ ਕੁਛ ਬਚਾ ਲੈਂਦਾ ਹੈ, ਬਚਾ ਕੇ ਉਹਦੇ ਨਾਲ ਆਪਣੀ ਪੂੰਜੀ ਨਿਰਮਾਣ ਲਈ ਪ੍ਰਯੋਗ ਕਰਦਾ। ਪੂੰਜੀ ਨਿਰਮਾਣ ਮਤਲਬ ਪੈਸੇ ਨੂੰ ਹੋਰ ਕਮਾਉਣਾ, ਬਣਾਉਣਾ। ਜਿਵੇਂ ਕਿ ਆਪਣੇ 'ਤੇ ਉਹ ਸੰਕੋਚ ਨਾਲ ਖਰਚ ਕਰਕੇ ਜਿਹੜੇ ਬਾਕੀ ਪੈਸੇ ਬਚਦੇ ਆ ਉਹਦੀਆਂ ਕੋਈ ਮਸ਼ੀਨਾਂ, ਜੰਤਰ ਜਾਂ ਕੋਈ ਕਾਰਖਾਨਾ ਲਗਾਉਂਦਾ ਤਾਂ ਉਹਨੂੰ ਅਸੀਂ ਪੂੰਜੀ ਨਿਰਮਾਣ ਕਹਿ ਦਾਂਗੇ। ਯਾਨੀ ਕਿ ਇਹ ਪੂੰਜੀ ਦੇ ਵਿੱਚ ਹੋਣ ਵਾਲੇ ਵਾਧੇ ਨੂੰ, ਜਦੋਂ ਉਹ ਆਪਦੇ ਪੈਸੇ ਨੂੰ ਵਧਾਉਂਦਾ ਗਾ, ਵਧਾਉਣ ਲਈ ਕੁਛ ਕਰਦਾ ਹੈਗਾ ਤਾਂ ਇਹਦੇ ਅਸੀਂ ਅੱਗੇ 4 ਜਿਹੜੇ ਪ੍ਰਕਾਰ ਨੇ, ਕਿਸਮਾਂ ਨੇ ਉਹ ਕਰਾਂਗੇ। ਪਹਿਲਾਂ ਇਹਨਾਂ ਨੇ ਪ੍ਰੇਰਿਤ ਨਿਵੇਸ਼ ਦਿੱਤਾ ਸਾਨੂੰ। ਪ੍ਰੇਰਿਤ ਨਿਵੇਸ਼ ਉਹ ਨਿਵੇਸ਼ ਹੁੰਦਾ ਜੋ ਆਮਦਨ ਅਤੇ ਲਾਭ ਦੀ ਮਾਤਰਾ 'ਤੇ ਨਿਰਭਰ ਕਰਦਾ। ਆਮਦਨ ਅਤੇ ਲਾਭ ਦੇ ਵਧਣ ਨਾਲ ਹੀ ਇਹ ਵੱਧਦਾ ਅਤੇ ਉਹਨਾਂ ਦੀ ਕਮੀ ਹੋਣ ਨਾਲ ਹੀ ਇਹ ਘਟ ਜਾਂਦਾ। ਅੱਗੇ ਆ ਗਿਆ ਬੇਟਾ ਸਵੈ ਚੱਲਤ ਨਿਵੇਸ਼। ਸਵੈ ਚੱਲਤ ਨਿਵੇਸ਼ ਹੁੰਦਾ ਜੋ ਆਮਦਨ ਦੇ ਪੱਧਰਾਂ ਵਿੱਚ ਹੋਣ ਵਾਲੇ ਪਰਿਵਰਤਨ ਤੋਂ ਸੁਤੰਤਰ ਹੁੰਦਾ, ਵੀ ਆਮਦਨ ਵਿੱਚ ਪਰਿਵਰਤਨ ਹੋਈ ਜਾਵੇ ਪਰ ਉਸ ਨਿਵੇਸ਼ ਵਿੱਚ ਕੋਈ ਫਰਕ ਨਹੀਂ ਪੈਂਦਾ ਹੈਗਾ। ਅੱਗੇ ਸਾਡੇ ਕੋਲ ਆ ਗਿਆ ਕੁੱਲ ਨਿਵੇਸ਼।
ਕੁੱਲ ਨਿਵੇਸ਼ ਹੈ ਜਿਹੜਾ ਪੂਰੇ 1 ਸਾਲ ਦੌਰਾਨ ਪੂੰਜੀਗਤ ਪਦਾਰਥਾਂ 'ਤੇ, ਜਿਨ੍ਹਾਂ ਤੋਂ ਪੂੰਜੀ ਉਹ ਪ੍ਰਾਪਤ ਕਰਦਾ, ਉਹਨਾਂ ਪਦਾਰਥਾਂ ਦਾ ਜਿਹੜਾ ਕੁੱਲ ਉਤਪਾਦਨ ਹੈ ਉਹਨੂੰ ਉਹ ਕਹਿੰਦਾ ਹੈ ਕੁੱਲ ਨਿਵੇਸ਼। ਜਿੰਨਾ ਉਹਨੇ ਕੁੱਲ ਉਤਪਾਦਨ ਕਰ ਲਿਆ ਪੂੰਜੀਗਤ ਪਦਾਰਥਾਂ ਦਾ, ਉਹ ਹੈ ਉਹਦਾ ਕੁੱਲ ਨਿਵੇਸ਼। ਅਗਲੀ ਹੈ ਜਿਹੜੀ ਸਾਡੇ ਕੋਲੇ ਉਹ ਹੈਗਾ ਸ਼ੁੱਧ ਨਿਵੇਸ਼। ਸ਼ੁੱਧ ਨਿਵੇਸ਼ ਬੇਟਾ ਉਹ ਨਿਵੇਸ਼ ਹੈ ਜੋ ਪੂੰਜੀ ਦੇ ਸਟਾਕ ਵਿੱਚ ਵਾਧਾ ਹੁੰਦਾ ਹੈ। ਪੂੰਜੀ ਦੇ ਸਟਾਕ ਵਿੱਚ ਵਾਧਾ ਹੁੰਦਾ, ਉਹਨੂੰ ਅਸੀਂ ਕਹਾਂਗੇ ਸ਼ੁੱਧ ਨਿਵੇਸ਼। ਹੁਣ ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਪੂੰਜੀ ਨਿਰਮਾਣ ਦੀ। ਜਿਵੇਂ ਅਸੀਂ ਪੂੰਜੀ ਨਿਵੇਸ਼ ਦੀ ਗੱਲ ਕਰੀ ਹੈ, ਉਹੀ ਜਿਹੜਾ ਜਦੋਂ ਕੋਈ ਮਨੁੱਖ ਨਿਵੇਸ਼ ਕਰਦਾ ਹੈ, ਕੋਈ ਫੈਕਟਰੀ ਲਾਉਂਦਾ ਹੈ, ਕੋਈ ਮਸ਼ੀਨਾਂ ਬਣਾਉਂਦਾ ਹੈ, ਜੰਤਰ ਬਣਾਉਂਦਾ ਹੈ, ਉਹ ਨਿਵੇਸ਼ ਕਰਦਾ ਹੈਗਾ। ਉਸ ਨਿਵੇਸ਼ ਦੇ ਫਲ, ਜਿਹੜਾ ਨਿਵੇਸ਼ ਦਾ ਫਲ ਮਿਲਦਾ ਉਹਨੂੰ, ਉਸ ਨਿਵੇਸ਼ ਦੇ ਫਲ ਸਰੂਪ ਜਿਹੜੇ ਉਹ ਪਦਾਰਥਾਂ ਦਾ ਨਿਰਮਾਣ ਕਰਦਾ ਹੈ, ਪੂੰਜੀਗਤ ਪਦਾਰਥਾਂ ਦਾ, ਜਿਨ੍ਹਾਂ ਤੋਂ ਉਹਨੂੰ ਪੈਸੇ ਦੀ ਕਮਾਈ ਹੁੰਦੀ ਹੈ, ਉਹਨੂੰ ਅਸੀਂ ਕਹਿੰਦੇ ਹਾਂ ਪੂੰਜੀ ਨਿਰਮਾਣ। ਵੀ ਉਹਨੇ ਪੂੰਜੀ ਦਾ ਨਿਰਮਾਣ ਕਰ ਲਿਆ, ਯਾਨੀ ਕਿ ਨਿਵੇਸ਼ ਦੇ ਫਲ ਸਰੂਪ ਪੂੰਜੀਗਤ ਪਦਾਰਥਾਂ ਦਾ ਨਿਰਮਾਣ ਹੁੰਦਾ ਹੈ। ਤੁਸੀਂ ਇਹਦੇ ਵਿੱਚ ਵੇਖ ਵੀ ਸਕਦੇ ਹੋ। ਇਸ ਤੋਂ ਬਾਅਦ ਜੇ ਛੁਪੀ ਹੋਈ ਬੇਰੁਜ਼ਗਾਰੀ ਕਰਾਂਗੇ। ਛੁਪੀ ਹੋਈ ਬੇਰੁਜ਼ਗਾਰੀ ਹੈ ਜਿਹੜੀ ਸਾਡੀ ਕਿਸੇ ਕੰਮ ਉੱਤੇ ਲੋੜ ਤੋਂ ਵੱਧ ਵਿਅਕਤੀਆਂ ਦਾ ਕੰਮ ਕਰਦੇ ਹੋਣਾ, ਇਹਨੂੰ ਅਸੀਂ ਕਹਿੰਦੇ ਹਾਂ ਛੁਪੀ ਬੇਰੁਜ਼ਗਾਰੀ। ਯਾਨੀ ਕਿ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਆਮ ਹੁੰਦਾ ਹੈ ਵੀ ਕਿਸੇ ਖੇਤ ਦੇ ਵਿੱਚ ਪੂਰਾ ਪਰਿਵਾਰ, 5-6 ਮੈਂਬਰ ਨੇ ਪਰਿਵਾਰ ਦੇ, ਪੂਰਾ ਪਰਿਵਾਰ ਆ ਜਿਹੜਾ ਖੇਤ ਦੇ ਕੰਮ ਵਿੱਚ ਕੰਮ ਕਰਨ ਲੱਗਿਆ ਹੋਇਆ ਹੈ। ਪਰ ਜੇ ਉਹ 5-6 ਮੈਂਬਰਾਂ ਤੋਂ ਬਿਨਾਂ ਜੇ 2 ਮੈਂਬਰ ਵੀ ਉਸ ਖੇਤ ਵਿੱਚ ਕੰਮ ਕਰਦੇ ਆ ਤਾਂ ਵੀ ਉਸ ਦੀ ਜਿਹੜੀ ਲੋੜ ਆ ਉਹ ਪੂਰੀ ਹੋ ਸਕਦੀ ਹੈ। ਪਰ ਫਿਰ ਸਾਰਾ ਪਰਿਵਾਰ ਇੱਕ ਹੀ ਖੇਤ 'ਤੇ ਲੱਗਿਆ ਹੋਇਆ, ਇਸ ਨਾਲ ਉਹਨਾਂ ਨੂੰ ਇਹ ਵੀ ਮਹਿਸੂਸ ਨਹੀਂ ਹੁੰਦਾ ਕਿ ਅਸੀਂ ਬੇਰੁਜ਼ਗਾਰ ਹਾਂ। ਉਹਨੂੰ ਅਸੀਂ ਕਹਿੰਦੇ ਹਾਂ ਛੁਪੀ ਬੇਰੁਜ਼ਗਾਰੀ। ਅੱਗੇ ਅਸੀਂ ਛੁਪੀ ਬੇਰੁਜ਼ਗਾਰੀ ਤੋਂ ਬਾਅਦ ਅਸੀਂ ਗੱਲ ਕਰਾਂਗੇ ਪੂਰਨ ਰੁਜ਼ਗਾਰ ਦੀ। ਅਸਲ ਦੇ ਵਿੱਚ ਜੇ ਅਸੀਂ ਇਹਦੇ ਨਾਂ ਦੀ ਗੱਲ ਕਰਦੇ ਹਾਂ ਤਾਂ ਬੱਚੋ ਇਹਦੇ ਨਾਮ ਤੋਂ ਸਾਨੂੰ ਇਹ ਲੱਗਦਾ ਵੀ ਪੂਰਨ ਰੁਜ਼ਗਾਰ ਆ ਜਿਹੜਾ ਜਿਹਦੇ ਵਿੱਚ ਕੋਈ ਵੀ ਮਨੁੱਖ ਬੇਰੁਜ਼ਗਾਰ ਨਾ ਹੋਵੇ, ਸਾਰਿਆਂ ਨੂੰ ਰੁਜ਼ਗਾਰ ਮਿਲਦਾ ਹੋਵੇ। ਪਰ ਜੇ ਅਸੀਂ ਇਹਦੀ ਪਰਿਭਾਸ਼ਾ ਦੇ ਵਿੱਚ ਗੱਲ ਕਰੀਏ ਤਾਂ ਇਹ ਕਹਿੰਦੇ ਹੈ ਪੂਰਨ ਰੁਜ਼ਗਾਰ ਉਹ ਹਾਲਤ ਹੈ ਜਿਹਦੇ ਵਿੱਚ ਸਾਰੇ ਲੋਕ ਨੇ ਜਿਹੜੇ ਉਹ ਉਸ ਸਮੇਂ ਦੀਆਂ ਵਰਤਮਾਨ ਦਰਾਂ, ਜਿੰਨੀ ਉਸ ਸਮੇਂ ਦੇ ਉੱਤੇ ਜਿੰਨੇ ਪੈਸੇ ਮਿਲਦੇ ਆ ਉਹਦੇ ਅਨੁਸਾਰ ਕੰਮ ਕਰਨ ਦੇ ਇੱਛੁਕ ਹੋਣ ਅਤੇ ਉਹਨਾਂ ਨੂੰ ਕੰਮ ਮਿਲਣ ਦੇ ਵਿੱਚ ਵੀ ਕੋਈ ਔਕੜ ਨਾ ਆਵੇ, ਉਹਨੂੰ ਅਸੀਂ ਕਹਿੰਦੇ ਹਾਂ ਪੂਰਨ ਰੁਜ਼ਗਾਰ। ਇਸ ਪੂਰਨ ਰੁਜ਼ਗਾਰ ਦੀ ਸਥਿਤੀ ਦੇ ਵਿੱਚ ਵੀ ਸਾਨੂੰ 5 ਤਰ੍ਹਾਂ ਦੀਆਂ ਨੇ ਜਿਹੜੀਆਂ ਬੇਰੁਜ਼ਗਾਰੀਆਂ ਮਿਲ ਜਾਂਦੀਆਂ ਨੇ, ਉਹਨਾਂ ਦੀ ਅਸੀਂ ਗੱਲ ਕਰਦੇ ਹਾਂ। ਪਹਿਲਾਂ ਸਾਡੇ ਹੈਗੀ ਇੱਛਕ ਬੇਰੁਜ਼ਗਾਰੀ। ਜਦੋਂ ਕੋਈ ਮਨੁੱਖ ਆ ਉਸ ਸਮੇਂ ਜਿਹੜੀ ਵਰਤਮਾਨ ਦਰ ਉਹਨੂੰ ਮਿਲ ਰਹੀ ਆ, ਉਹ ਕੰਮ ਕਰਨ ਦੇ ਜਿੰਨੇ ਪੈਸੇ ਮਿਲ ਰਹੇ ਆ ਉਨੇ ਕੰਮ ਕਰਨ ਦੇ ਪੈਸਿਆਂ ਲਈ ਉਹ ਕੰਮ ਕਰਨ ਨੂੰ ਤਿਆਰ ਨਾ ਹੋਵੇ, ਆਪਦੀ ਮਰਜ਼ੀ ਨਾਲ ਵੀ ਮੈਂ ਇੰਨੇ ਪੈਸਿਆਂ 'ਤੇ ਕੰਮ ਨਹੀਂ ਕਰਨਾ, ਉਹਨੂੰ ਅਸੀਂ ਕਹਿੰਦੇ ਹਾਂ ਇੱਛਕ ਬੇਰੁਜ਼ਗਾਰੀ। ਦੂਸਰੀ ਆ ਗਈ ਸੰਘਰਸ਼ਾਤਮਕ ਬੇਰੁਜ਼ਗਾਰੀ। ਇਹਦੇ ਵਿੱਚ ਹੈ ਵੀ ਜਦੋਂ ਸੰਘਰਸ਼ ਚੱਲ ਰਿਹਾ ਹੋਵੇ, ਵੀ ਕੱਚੇ ਮਾਲ ਦੀ ਘਾਟ ਹੋਵੇ ਜਾਂ ਰੁਜ਼ਗਾਰ ਸੰਬੰਧੀ ਮੌਕਿਆਂ ਦੀ ਘਾਟ ਹੋਵੇ ਅਤੇ ਜਾਂ ਮਸ਼ੀਨਾਂ ਦੀ ਟੁੱਟ ਭੱਜ ਹੋ ਜੇ, ਤਾਂ ਹੁੰਦੀ ਹੈ ਸਾਡੀ ਸੰਘਰਸ਼ਾਤਮਕ ਬੇਰੁਜ਼ਗਾਰੀ। ਤੀਜੀ ਜਿਹੜੀ ਸਾਡੀ ਬੇਰੁਜ਼ਗਾਰੀ ਹੈ ਉਹ ਹੈਗੀ ਮੌਸਮੀ ਬੇਰੁਜ਼ਗਾਰੀ। ਮੌਸਮੀ ਜਿਹੜੀ ਮੌਸਮ ਦੇ ਹਿਸਾਬ ਨਾਲ ਬੇਰੁਜ਼ਗਾਰੀ ਹੁੰਦੀ ਹੈ। ਜਦੋਂ ਕਣਕ ਦਾ ਮੌਸਮ ਹੁੰਦਾ ਤਾਂ ਕਣਕ ਬੀਜ ਕੇ ਉਦੋਂ ਬਾਅਦ ਜਿਹੜੇ ਬੇਰੁਜ਼ਗਾਰ ਨੇ ਉਹ ਵਿਹਲੇ ਹੋ ਜਾਂਦੇ ਆ, ਕੰਮ ਕਰਨ ਵਾਲੇ ਜਿੰਨਾ ਚਿਰ ਉਹਨੂੰ ਵਢਾਈ ਦਾ ਨਹੀਂ ਆਉਂਦਾ। ਇਸੇ ਤਰ੍ਹਾਂ ਚਾਵਲ ਲਾਉਣ ਵਾਲੇ ਵੀ, ਜਾਂ ਆਪਾਂ ਕਹਿ ਸਕਦੇ ਹਾਂ ਜਿੱਥੇ ਜ਼ਿਆਦਾ ਠੰਡ ਹੁੰਦੀ ਹੈ, ਜਿਵੇਂ ਬਰਫ਼ ਦੇ ਕਾਰਖਾਨੇ ਜਿਹੜੇ ਉਹ ਸਰਦੀਆਂ ਦੇ ਵਿੱਚ ਬੰਦ ਹੋ ਜਾਂਦੇ ਆ, ਗਰਮੀ ਸਰਦਮੀ ਮੌਸਮਾਂ ਦੇ ਹਿਸਾਬ ਨਾਲ ਜਿਹੜੇ ਕੰਮ ਹੁੰਦੇ ਆ, ਤਾਂ ਉਹ ਜਿਹੜੇ ਮੌਸਮ ਰੁਚੀ ਦੇ ਪਰਿਵਰਤਨਾਂ ਨਾਲ ਹੁੰਦਾ ਉਹਨੂੰ ਅਸੀਂ ਕਹਿ ਦਿੰਦੇ ਹਾਂ ਮੌਸਮੀ ਬੇਰੁਜ਼ਗਾਰੀ। ਅਗਲੀ ਸਾਡੀ ਆ ਗਈ ਸੰਰਚਨਾਤਮਕ ਬੇਰੁਜ਼ਗਾਰੀ। ਇਹਦੇ ਵਿੱਚ ਕੀ ਹੈ, ਜਦੋਂ ਦੇਸ਼ ਦੇ ਨਿਰਯਾਤ ਵਪਾਰ ਵਿੱਚ ਪਰਿਵਰਤਨ ਹੁੰਦਾ, ਕੋਈ ਵਸਤਾਂ ਦੇ ਨਿਰਯਾਤ ਵਿੱਚ ਵੱਧ ਘੱਟ ਹੋ ਜਾਂਦੀ ਹੈ ਜਾਂ ਲੋੜ ਨਾ ਹੋਵੇ ਉਸਦੀ, ਉਹਦੇ ਵਿੱਚ ਪਰਿਵਰਤਨ ਹੋਵੇ, ਉਹਦੇ ਨਾਲ ਇਹ ਹੁੰਦੀ ਹੈ ਸੰਰਚਨਾਤਮਕ ਬੇਰੁਜ਼ਗਾਰੀ। ਪੰਜਵੀਂ ਜਿਹੜੀ ਸਾਡੀ ਲਾਸਟ ਹੈ ਬੱਚੋ ਉਹ ਹੈਗੀ ਤਕਨੀਕੀ ਬੇਰੁਜ਼ਗਾਰੀ। ਤਕਨੀਕੀ ਹੈ ਜਿਹੜੀ ਇਹ ਤਕਨੀਕਾਂ ਦੇ ਵਿੱਚ ਪਰਿਵਰਤਨ ਆਉਂਦਾ, ਤਕਨੀਕਾਂ ਬਦਲਦੀਆਂ ਨੇ, ਜਿਵੇਂ ਨਵੀਆਂ ਮਸ਼ੀਨਾਂ ਆ ਜਾਂਦੀਆਂ ਨੇ, ਉਹ ਮਜ਼ਦੂਰਾਂ ਨੂੰ ਚਲਾਉਣੀਆਂ ਨਹੀਂ ਆਉਂਦੀਆਂ, ਜਾਂ ਮਸ਼ੀਨਾਂ ਹੀ ਐਵੇਂ ਦੀਆਂ ਆ ਜਾਂਦੀਆਂ ਨੇ ਵੀ ਜਿਹਦੇ ਵਾਸਤੇ ਇਨਸਾਨਾਂ ਦੀ, ਮਨੁੱਖਾਂ ਦੀ ਲੋੜ ਹੀ ਨਹੀਂ ਪੈਂਦੀ, ਉਹ ਹੈਗੀ ਤਕਨੀਕੀ ਬੇਰੁਜ਼ਗਾਰੀ। ਹੁਣ ਇਸ ਤੋਂ ਬਾਅਦ ਅੱਗੇ ਅਸੀਂ ਗੱਲ ਕਰਾਂਗੇ ਬੱਚੋ ਮੁਦਰਾ ਸਫੀਤੀ ਦੀ।
ਮੁਦਰਾਸਫੀਤੀ ਹੈਗੀ ਜਿਹੜੀ ਸਾਡੇ ਕੋਲੇ, ਇਹਦਾ ਮਤਲਬ ਹੁੰਦਾ ਫੈਲਾਅ ਜਾਂ ਵਾਧਾ। ਮੁਦਰਾਸਫੀਤੀ ਹੈ ਜਿਹੜੀ ਕੀਮਤਾਂ ਦੇ ਪੱਧਰ ਵਿੱਚ ਹੋਣ ਵਾਲਾ ਨਿਰੰਤਰ ਅਤੇ ਬਹੁਤ ਜ਼ਿਆਦਾ ਵਾਧਾ। ਜਦੋਂ ਕੀਮਤਾਂ ਦੇ ਵਿੱਚ, ਚੀਜ਼ਾਂ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਵਾਧਾ ਹੋਵੇ, ਉਹਨੂੰ ਅਸੀਂ ਕਹਿੰਦੇ ਆ ਮੁਦਰਾਸਫੀਤੀ। ਜਿਵੇਂ ਤੁਸੀਂ ਇੱਥੇ ਤਸਵੀਰ ਦਿੱਤੀ ਹੋਈ ਹੈ, ਉਹਦੇ ਵਿੱਚ ਵੀ ਦੇਖ ਸਕਦੇ ਹੋ ਵੀ ਕਿਵੇਂ ਆ ਜਿਹੜੀਆਂ ਕੀਮਤਾਂ ਦੇ ਵਿੱਚ ਦਿਨੋਂ ਦਿਨ ਵਾਧਾ, ਸਾਲ ਦਰ ਸਾਲ ਸਮੇਂ ਦੇ ਅਨੁਸਾਰ ਵਾਧਾ ਹੁੰਦਾ ਜਾ ਰਿਹਾ ਹੈਗਾ। ਅੱਗੇ ਸਾਡੇ ਕੋਲੇ ਜਿਹੜਾ ਸਾਡਾ ਅਗਲਾ ਪੁਆਇੰਟ ਆ ਗਿਆ, ਉਹ ਹੈ ਬੇਟਾ ਸਾਡਾ ਬਜਟ, ਸਰਕਾਰੀ ਬਜਟ। ਇਹ ਜਿਹੜਾ ਸਾਡਾ ਬਜਟ ਹੁੰਦਾ ਹੈ, ਇਹ ਸਰਕਾਰ ਦੇ ਪ੍ਰਸਤਾਵਿਤ ਵੀ ਉਹ ਪ੍ਰਸਤਾਵ ਕਰਦੇ ਆ ਵੀ ਇੰਨਾ ਇੰਨਾ ਹੋ ਸਕਦਾ, ਉਹਦੇ ਬਾਰੇ ਸੁਝਾਅ ਦਿੰਦੇ ਆ। ਆਮਦਨ ਅਤੇ ਖਰਚੇ ਵੀ ਅਗਲੇ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇੰਨੀ ਆਮਦਨ ਹੋਣੀ ਆ ਔਰ ਇੰਨਾ ਦੇਸ਼ ਦਾ ਜਿਹੜਾ ਰਾਜ ਦਾ ਖਰਚ ਹੋਣਾ, ਉਹਦਾ ਜਿਹੜਾ ਬਿਊਰਾ ਹੈਗਾ, ਡਿਟੇਲ ਆ ਜਿਹੜੀ ਉਹਦੀ, ਉਹ ਦਿੱਤੀ ਹੁੰਦੀ ਹੈ ਜਿਹਤੇ, ਉਹਨੂੰ ਅਸੀਂ ਕਹਿੰਦੇ ਆ ਸਰਕਾਰੀ ਬਜਟ। ਸਰਕਾਰ ਰਾਹੀਂ ਪ੍ਰਸਤਾਵਿਤ ਆਮਦਨ ਅਤੇ ਖਰਚਿਆਂ ਦਾ ਸਾਲਾਨਾ ਬਿਊਰਾ। ਇਹ ਆਮ ਤੌਰ 'ਤੇ ਸਾਡੀ ਜਿਹੜੀ ਭਾਰਤ ਸਰਕਾਰ ਹੈ, ਉਹ ਹਰ ਸਾਲ 28 ਫਰਵਰੀ ਨੂੰ ਆਪਣਾ ਬਜਟ ਆ ਜਿਹੜਾ ਉਹ ਲੋਕ ਸਭਾ ਵਿੱਚ ਪੇਸ਼ ਕਰਦੀ ਹੈਗੀ। ਇਹਦੀਆਂ ਅੱਗੇ ਸਾਡੇ ਕੋਲੇ 3 ਕਿਸਮਾਂ ਨੇ, ਦੇਖੋ ਬੇਟਾ ਤੁਸੀਂ ਮਾਈਂਡ ਮੈਪ ਵਿੱਚ ਵੀ ਦੇਖ ਸਕਦੇ ਹੋ। ਪਹਿਲਾਂ ਸਾਡੇ ਕੋਲੇ ਆ ਗਿਆ ਸੰਤੁਲਿਤ ਬਜਟ। ਸੰਤੁਲਿਤ ਬਜਟ ਬੱਚੋ ਉਹ ਬਜਟ ਹੁੰਦਾ ਜਿਸ ਵਿੱਚ ਸਰਕਾਰ ਦੀ ਆਮਦਨ ਤੇ ਖਰਚਾ ਦੋਨੇ ਬਰਾਬਰ ਹੁੰਦੇ ਆ। ਸੰਤੁਲਿਤ ਵੀ ਸਹੀ ਢੰਗ ਨਾਲ ਸੰਤੁਲਿਤ ਹੋ ਕੇ ਚੱਲ ਰਹੇ ਆ, ਦੋਨੇ ਬਰਾਬਰ ਨੇਗੇ। ਜੇ ਆ ਗਏ ਬੱਚਤ ਦਾ ਬਜਟ, ਬੱਚਤ ਆਪਾਂ ਨੂੰ ਨਾਂ ਤੋਂ ਹੀ ਪਤਾ ਲੱਗੀ ਜਾਂਦਾ ਜਿੱਥੇ ਆ ਜਿਹੜੀ ਸਰਕਾਰ ਦੀ ਆਮਦਨ ਜ਼ਿਆਦਾ ਹੋਵੇ ਤੇ ਖਰਚੇ ਆ ਜਿਹੜੇ ਉਹ ਘੱਟ ਹੋਣ, ਤਾਂ ਉਹ ਹੋ ਜਾਊਗਾ ਬੱਚਤ ਦਾ ਬਜਟ। ਜਿਹੜਾ ਆ ਗਿਆ ਘਾਟੇ ਦਾ ਬਜਟ, ਇਹਦੇ 'ਚ ਹੈ ਸਰਕਾਰ ਦਾ ਜਿਹੜਾ ਖਰਚ ਹੈ ਉਹ ਜ਼ਿਆਦਾ ਹੋ ਜੇ ਤੇ ਆਮਦਨ ਹੈ ਜਿਹੜੀ ਉਹ ਘੱਟ ਹੋਵੇ, ਉਹਨੂੰ ਅਸੀਂ ਕਹਿੰਦੇ ਆ ਘਾਟੇ ਦਾ ਬਜਟ। ਇਸ ਤੋਂ ਅੱਗੇ ਸਾਡੇ ਕੋਲੇ ਆ ਗਈ ਸਾਡੀ ਘਾਟੇ ਦੀ ਵਿੱਤ ਵਿਵਸਥਾ। ਇਹਦੀ ਗੱਲ ਕਰਾਂਗੇ ਅਸੀਂ। ਘਾਟੇ ਦੀ ਸਾਡੀ ਵਿੱਤ ਵਿਵਸਥਾ ਜਿਹਦੇ ਰਾਹੀਂ ਸਰਕਾਰ ਆਪਣੇ ਘਾਟੇ ਨੂੰ ਕੇਂਦਰੀ ਬੈਂਕ ਤੋਂ ਕਰਜ਼ਾ ਲੈ ਕੇ ਪੂਰਾ ਕਰਦੀ ਹੈ। ਕੇਂਦਰੀ ਬੈਂਕ ਇਸ ਕਰਜ਼ੇ ਨੂੰ ਪੂਰਾ ਕਰਨ ਲਈ ਨਵੇਂ ਨੋਟ ਛਾਪਦਾ ਹੈਗਾ। ਇਹਨੂੰ ਕਹਿੰਦੇ ਆ ਸਾਡੀ ਘਾਟੇ ਦੀ ਵਿੱਤ ਵਿਵਸਥਾ। ਅੱਗੇ ਅਗਲਾ ਜਿਹੜਾ ਪੁਆਇੰਟ ਸਾਡਾ ਕਰਾਂਗੇ ਉਹ ਹੈ ਸਾਡਾ ਸਰਵਜਨਕ ਵਿੱਤ। ਸਰਵਜਨਕ ਵਿੱਤ ਸਾਡਾ 2 ਸ਼ਬਦਾਂ ਨੂੰ ਮਿਲ ਕੇ ਬਣਿਆ ਬੱਚਿਓ, ਇੱਕ ਸਰਵਜਨਕ, ਇੱਕ ਵਿੱਤ। ਸਰਵਜਨਕ ਦਾ ਮਤਲਬ ਹੁੰਦਾ ਸਾਡੀ ਜਨਤਾ, ਸਾਡੇ ਆਮ ਲੋਕਾਂ ਦਾ ਸਮੂਹ। ਵਿੱਤ ਦਾ ਮਤਲਬ ਜਿਹੜਾ ਅਸੀਂ ਵਿੱਤ ਨਾਲ ਮੌਦਰਿਕ ਸਾਧਨ ਜਾਂ ਪੈਸੇ ਨਾਲ ਲਵਾਂਗੇ। ਇਹ ਤੋਂ ਅਸੀਂ ਕਰਾਂਗੇ ਵੀ ਸਰਕਾਰ ਦੀ ਆਮਦਨ ਅਤੇ ਖਰਚ ਸੰਬੰਧੀ ਸਮੱਸਿਆਵਾਂ ਦਾ ਜਦੋਂ ਅਸੀਂ ਅਧਿਐਨ ਕਰਦੇ ਹਾਂ, ਉਹਨੂੰ ਅਸੀਂ ਸਰਵਜਨਕ ਵਿੱਤ ਕਹਿ ਦਿੰਦੇ ਹਾਂ। ਇਹ ਜਿਹੜਾ ਸਾਡਾ ਸਰਵਜਨਕ ਵਿੱਤ ਵਿੱਚ ਸਰਕਾਰ ਦੀ ਆਮਦਨ ਹੁੰਦੀ ਹੈ ਜਿਹਦੇ 'ਤੇ ਸਾਡੇ 'ਤੇ ਉਹ ਕਰ ਲਾਉਂਦੀ ਹੈ, ਟੈਕਸ ਲਾਉਂਦੀ ਹੈ ਜਾਂ ਵਿਆਜ ਉਹਨੂੰ ਜਾਂ ਲਾਭ, ਅਤੇ ਇਹਦੇ ਵਿੱਚ ਜਿਹੜੇ ਖਰਚ ਹੁੰਦੇ ਆ ਸਰਕਾਰ ਦੇ, ਉਹ ਸਾਡੀ ਸੁਰੱਖਿਆ 'ਤੇ ਜੋ ਪੈਸਾ ਖਰਚ ਕਰਦੀ ਹੈ, ਸਾਡੀ ਸਿੱਖਿਆ 'ਤੇ ਕਰਦੀ ਆ, ਸਾਡੀਆਂ ਸਿਹਤ ਸਹੂਲਤਾਂ 'ਤੇ, ਉਦਯੋਗਾਂ 'ਤੇ ਜਾਂ ਖੇਤੀਬਾੜੀਆਂ 'ਤੇ ਕਰਦੀ ਹੈ, ਉਹਨੂੰ ਅਸੀਂ ਕਹਿ ਦਾਂਗੇ ਸਰਵਜਨਕ ਖਰਚ। ਹੁਣ ਇਸ ਤੋਂ ਵਿੱਚ ਹੀ ਸਾਡੀ ਸਰਕਾਰ ਦੀ ਜੇ ਅਸੀਂ ਆਮਦਨ ਦੇ ਸਾਧਨਾਂ ਦੀ ਗੱਲ ਕਰੀਏ ਤਾਂ ਸਾਡੀ ਆਮਦਨ ਹੈ ਜਿਹੜੀ ਸਾਡੀ ਸਰਕਾਰ ਨੂੰ ਉਹ 2 ਤਰ੍ਹਾਂ ਨਾਲ ਹੁੰਦੀ ਹੈ, ਇੱਕ ਪ੍ਰਤੱਖ ਕਰ, ਇੱਕ ਅਪ੍ਰਤੱਖ ਕਰ। ਜਿਹੜੇ ਪ੍ਰਤੱਖ ਕਰ ਹੁੰਦੇ ਆ ਉਹ ਸਿੱਧਾ ਜਿਹੜੇ ਵਿਅਕਤੀ 'ਤੇ ਲਾਏ ਜਾਂਦੇ ਆ ਉਸੇ ਵਿਅਕਤੀ ਨੂੰ ਹੀ ਦੇਣੇ ਪੈਂਦੇ ਆ, ਜਿਹਦੇ ਉੱਤੇ ਕਾਨੂੰਨੀ ਤੌਰ 'ਤੇ ਲਾਏ ਜਾਂਦੇ ਆ। ਜਿਵੇਂ ਉਹਦੇ 'ਤੇ ਆਮਦਨ ਕਰ ਜਿੰਨੀ ਉਹ ਕਮਾਈ ਕਰਦਾ ਉਹ 'ਤੇ ਟੈਕਸ, ਉਹਨੂੰ ਕੋਈ ਉਪਹਾਰ ਮਿਲਦਾ ਤਾਂ ਉਪਹਾਰ ਕਰ, ਉਹਦੀ ਸੰਪੱਤੀ ਦਾ ਕਰ, ਉਹਦੀ ਜਾਇਦਾਦ 'ਤੇ ਕਰ। ਅਤੇ ਜਿਹੜਾ ਸਾਡਾ ਅਪ੍ਰਤੱਖ ਕਰ ਹੈ ਉਹ ਹੈ ਜੋ ਵਸਤਾਂ ਅਸੀਂ ਖਰੀਦਦੇ ਹਾਂ ਜਾਂ ਜੋ ਅਸੀਂ ਸੇਵਾਵਾਂ ਲੈਂਦੇ ਹਾਂ ਉਹਨਾਂ ਦੇ ਉੱਤੇ ਜਿਹੜਾ ਕਰ ਲੱਗਿਆ ਹੁੰਦਾ, ਟੈਕਸ ਲੱਗਿਆ ਹੁੰਦਾ, ਉਹਨੂੰ ਅਸੀਂ ਅਪ੍ਰਤੱਖ ਕਰ ਕਹਿ ਦਿੰਦੇ ਹਾਂ। ਇਸ ਤੋਂ ਅਗਲਾ ਜਿਹੜਾ ਸਾਡੇ ਕੋਲੇ ਪੁਆਇੰਟ ਆ ਬੱਚੇ ਉਹ ਸਾਡੇ ਕਰਜ਼ੇ ਆ ਗਏ। ਸਰਵਜਨਕ ਕਰਜ਼ੇ, ਪਹਿਲਾਂ ਅਸੀਂ ਸਰਵਜਨਕ ਵਿੱਤ ਕਰਿਆ, ਫਿਰ ਉਹਦੀ ਆਮਦਨ ਦੇ ਸਾਧਨ ਕਰੇ ਸਰਕਾਰ ਦੇ, ਹੁਣ ਆ ਗਈ ਇਹਨਾਂ ਦੇ ਸਰਵਜਨਕ ਕਰਜ਼ੇ। ਸਰਵਜਨਕ ਕਰਜ਼ਿਆਂ ਦੇ ਵਿੱਚ ਵੀ ਅਸੀਂ 2 ਤਰ੍ਹਾਂ ਦੇ ਲੈ ਲਾਂਗੇ, ਇੱਕ ਆਂਤਰਿਕ ਕਰਜ਼ਾ, ਇੱਕ ਵਿਦੇਸ਼ੀ ਕਰਜ਼ਾ। ਆਂਤਰਿਕ ਜਿਹੜਾ ਦੇਸ਼ ਦੇ ਅੰਦਰ ਹੀ, ਦੇਸ਼ ਆ ਜਿਹੜੀ ਉਸ ਦੇਸ਼ ਦੀ ਜਨਤਾ ਬੈਂਕਾਂ ਆਦਿ ਵਿੱਤੀ ਸੰਸਥਾਵਾਂ ਤੋਂ ਪ੍ਰਾਪਤ ਕਰਦੀ ਹੈ, ਅਤੇ ਜਿਹੜਾ ਵਿਦੇਸ਼ੀ ਕਰਜ਼ਾ ਉਹ ਵਿਦੇਸ਼ਾਂ ਤੋਂ, ਅੰਤਰਰਾਸ਼ਟਰੀ ਸੰਸਥਾਵਾਂ ਤੋਂ, ਵਿਦੇਸ਼ੀ ਬੈਂਕਾਂ ਤੋਂ ਪ੍ਰਾਪਤ ਕਰਦੀ ਹੈ। ਇਸ ਤੋਂ ਬਾਅਦ ਅਗਲਾ ਬੇਟਾ ਸਾਡਾ ਆ ਗਿਆ ਗਰੀਬੀ ਰੇਖਾ। ਗਰੀਬੀ ਰੇਖਾ
ਅਸੀਂ ਕਹਾਂਗੇ ਗਰੀਬੀ ਰੇਖਾ ਤੋਂ ਭਾਵ ਉਸ ਧਨ ਤੋਂ ਹੈ ਜੋ ਇੱਕ ਵਿਅਕਤੀ ਨੂੰ ਪ੍ਰਤੀ ਮਹੀਨੇ ਘੱਟੋ ਘੱਟ ਉਪਭੋਗ ਕਰਨ ਲਈ ਜ਼ਰੂਰੀ ਹੈ। ਵੀ ਇੰਨੇ ਰੁਪਏ ਜਿੰਨੇ ਲਿਮਟ ਰੱਖੀ ਹੈ ਸਰਕਾਰ ਨੇ, ਉਨੇ ਰੁਪਇਆਂ ਦਾ ਉਨੇ ਮਹੀਨੇ ਘੱਟੋ ਘੱਟ ਉਪਭੋਗ ਕਰਦਾ ਹੈਗਾ ਤਾਂ ਉਹ ਠੀਕ ਹੈ। ਜੇ ਉਸ ਤੋਂ ਨੀਚੇ ਹੈ ਉਹ ਤਾਂ ਉਹ ਗਰੀਬੀ ਰੇਖਾ ਦੇ ਵਿੱਚ ਆਉਂਦਾ ਹੈਗਾ। ਇਹਦੇ ਵਿੱਚ ਸਾਡੇ 2009-10 ਦੇ ਵਿੱਚ ਜਿਹੜੇ ਅੰਕੜੇ ਗਰੀਬੀ ਰੇਖਾ ਤੋਂ ਹੇਠਾਂ ਲੋਕਾਂ ਦੇ ਮੰਨੇ ਗਏ ਆ, ਉਹ ਸਰਕਾਰ ਨੇ ਕਿਹਾ ਵੀ ਜਿਨ੍ਹਾਂ ਦਾ ਪ੍ਰਤੀ ਦਿਨ ਉਪਭੋਗ ਸ਼ਹਿਰਾਂ ਵਿੱਚ 28 ਰੁਪਏ 65 ਪੈਸੇ ਹੋਵੇ ਅਤੇ ਪੇਂਡੂ ਇਲਾਕਿਆਂ ਵਿੱਚ 22 ਰੁਪਏ 42 ਪੈਸੇ ਹੋਣ, ਉਹ ਲੋਕ ਨੇ ਜਿਹੜੇ ਗਰੀਬੀ ਰੇਖਾ ਤੋਂ ਹੇਠਾਂ ਨੇ। ਸਾਡੇ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਗਰੀਬਾਂ ਦੀ ਸੰਖਿਆ ਵੀ ਜਿਹੜੀ ਵੱਖ-ਵੱਖ ਹੈਗੀ। ਤੁਸੀਂ ਪਾਵਰਟੀ ਲਾਈਨ ਹੈ ਜਿਹੜੀ ਗਰੀਬੀ ਦੀ ਰੇਖਾ ਬਾਰੇ ਜਿਹੜਾ ਸਾਲਾਂ ਦਰ ਸਾਲ ਦਿੱਤਾ ਹੋਇਆ ਹੈਗਾ, ਇਹ ਵੀ ਤੁਸੀਂ ਦੇਖ ਸਕਦੇ ਹੋ। ਇਸ ਤੋਂ ਬਾਅਦ ਅਗਲੀ ਗੱਲ ਕਰਾਂਗੇ ਅਸੀਂ ਵਿਦੇਸ਼ੀ ਸਹਾਇਤਾ ਦੀ। ਵਿਦੇਸ਼ੀ ਸਹਾਇਤਾ ਜਿਵੇਂ ਬੱਚੋ ਆਪਾਂ ਨੂੰ ਨਾਂ ਤੋਂ ਹੀ ਪਤਾ ਲੱਗੀ ਜਾਂਦਾ ਵੀ ਵਿਦੇਸ਼ਾਂ ਤੋਂ, ਦੂਸਰੇ ਦੇਸ਼ਾਂ ਦੇ ਵਿਅਕਤੀਆਂ ਤੋਂ ਜਾਂ ਦੂਸਰੇ ਦੇਸ਼ਾਂ ਦੀਆਂ ਸਰਕਾਰਾਂ ਤੋਂ ਜਾਂ ਉਹਨਾਂ ਦੇ ਸੰਗਠਨਾਂ ਤੋਂ ਅਸੀਂ ਕੋਈ ਕਰਜ਼ੇ ਲੈਂਦੇ ਹਾਂ ਜਾਂ ਨਿਵੇਸ਼ ਕਰਦੇ ਨੇ ਉਹਨੂੰ ਅਸੀਂ ਵਿਦੇਸ਼ੀ ਸਹਾਇਤਾ ਕਹਾਂਗੇ। ਵਿਦੇਸ਼ੀ ਸਹਾਇਤਾ ਦਾ ਦੇਖੋ ਬੇਟਾ ਮਾਈਂਡ ਮੈਪ ਦੇ ਵਿੱਚ ਆਪਾਂ ਨੂੰ 3 ਕਿਸਮਾਂ ਮਿਲੀਆਂ ਨੇ, ਵਿਦੇਸ਼ੀ ਪੂੰਜੀ, ਵਿਦੇਸ਼ੀ ਕਰਜ਼ੇ ਤੇ ਵਿਦੇਸ਼ੀ ਅਨੁਦਾਨ। ਵਿਦੇਸ਼ੀ ਪੂੰਜੀ ਯਾਨੀ ਕਿ ਜਿਹੜੀ ਅਸੀਂ ਦੇਸ਼ ਦੀਆਂ ਉਤਪਾਦਕ ਕਿਰਿਆਵਾਂ ਵਿੱਚ ਕੀਤੇ ਗਏ ਨਿਵੇਸ਼ ਤੋਂ ਹੈ, ਜਿਹੜੇ ਵਿਦੇਸ਼ੀ ਸਾਡੇ ਨਿਵੇਸ਼ ਕਰਦੇ ਆ। ਵਿਦੇਸ਼ੀ ਕਰਜ਼ੇ ਜਿਹੜੇ ਅਸੀਂ ਵਿਦੇਸ਼ੀ ਸਰਕਾਰਾਂ, ਵਿਦੇਸ਼ੀ ਬੈਂਕਾਂ, ਵਿਦੇਸ਼ੀ ਸੰਗਠਨਾਂ ਤੋਂ ਲੈਂਦੇ ਹਾਂ। ਅਤੇ ਵਿਦੇਸ਼ੀ ਅਨੁਦਾਨ ਹੈ ਸਾਡਾ ਜਿਹੜਾ ਉਹ ਸਾਨੂੰ ਵਿਦੇਸ਼ੀ ਸਰਕਾਰਾਂ ਜਾਂ ਸੰਸਥਾਵਾਂ ਸਹਾਇਤਾ ਦੇ ਰੂਪ ਵਿੱਚ ਦਿੰਦੀਆਂ ਨੇ, ਜਿਨ੍ਹਾਂ ਨੂੰ ਸਾਨੂੰ ਵਾਪਸ ਨਹੀਂ ਕਰਨਾ ਪੈਂਦਾ। ਇਹ ਹੈ ਸਾਡੀ ਵਿਦੇਸ਼ੀ ਸਹਾਇਤਾ। ਇਹਦੋਂ ਅੱਗੇ ਅਸੀਂ ਗੱਲ ਕਰਾਂਗੇ ਰਾਜਕੋਸ਼ੀ ਨੀਤੀ। ਸਾਡੀ ਰਾਜਕੋਸ਼ੀ ਦੀ ਨੀਤੀ ਦੀ ਜੇ ਅਸੀਂ ਗੱਲ ਕਰਾਂਗੇ ਤਾਂ ਸਰਕਾਰ ਦੀ ਆਮਦਨ ਅਤੇ ਖਰਚਿਆਂ ਸੰਬੰਧੀ ਜੋ ਵੀ ਸਰਕਾਰ ਨੀਤੀ ਬਣਾਉਂਦੀ ਹੈ ਉਹਨੂੰ ਅਸੀਂ ਰਾਜਕੋਸ਼ੀ ਨੀਤੀ ਕਹਾਂਗੇ। ਰਾਜਕੋਸ਼ੀ ਨੀਤੀ ਦੇ ਵਿੱਚ ਬੇਟਾ ਅਸੀਂ 2 ਵਿਧੀਆਂ, ਇਹਨਾਂ ਦੀਆਂ 3 ਮੁੱਖ ਢੰਗ ਲਵਾਂਗੇ। ਜਿਹਦੀਆਂ ਪਹਿਲਾਂ ਜਿਹੜੀਆਂ ਵਿਧੀਆਂ ਨੇ ਉਹ ਹੈਗੀ ਸਰਵਜਨਕ ਆਮਦਨ ਅਤੇ ਸਰਵਜਨਕ ਖਰਚੇ। ਸਰਵਜਨਕ ਆਮਦਨ ਦੇ ਵਿੱਚ ਅਸੀਂ ਗਾਹਾਂ ਇਹਦੇ 3 ਮੁੱਖ ਢੰਗ ਲਵਾਂਗੇ। ਪਹਿਲਾ ਕਰ ਹੈ। ਕਰ ਆਪਾਂ ਟੈਕਸ 2 ਕਰ ਚੁੱਕੇ ਹਾਂ ਪਹਿਲਾਂ, ਪ੍ਰਤੱਖ ਕਰ ਅਤੇ ਅਪ੍ਰਤੱਖ ਕਰ ਜਿਹੜਾ ਆਪਾਂ ਪੜ੍ਹ ਚੁੱਕੇ ਹਾਂ ਪਹਿਲਾਂ। ਅਤੇ ਸਰਵਜਨਕ ਕਰਜ਼ੇ ਹੈ, ਜਿਹੜੀ ਸਰਕਾਰ ਜਨਤਾ ਕੋਲੋਂ ਕਰਜ਼ਿਆਂ ਦੇ ਰੂਪ ਵਿੱਚ ਰਕਮ ਇਕੱਠੀ ਕਰਦੀ ਹੈ। ਘਾਟੇ ਦੀ ਵਿਵਸਥਾ ਵਿਵਸਥਾ ਵੀ ਅਸੀਂ ਕਰ ਰੱਖੀ ਆ, ਜਿਹੜਾ ਸਰਕਾਰ ਆਪਣੇ ਘਾਟੇ ਨੂੰ ਪੂਰਾ ਕਰਨ ਲਈ ਕੇਂਦਰੀ ਬੈਂਕ ਤੋਂ ਕਰਜ਼ਾ ਲੈਂਦੀ ਆ। ਅਗਲਾ ਸਾਡਾ ਦੂਸਰਾ ਜਿਹੜਾ ਪੁਆਇੰਟ ਸੀ ਉਹ ਹੈਗਾ ਸਰਵਜਨਕ ਖਰਚੇ। ਇਹਦੇ ਵਿੱਚ ਹੈਗੀ ਜਿਹੜੀ ਸਰਕਾਰ ਸਰਵਜਨਕ ਲੋਕਾਂ ਦੇ ਸਮੂਹਾਂ ਅਤੇ ਲੋਕਾਂ ਦੇ ਵਾਸਤੇ ਜਿਹੜਾ ਸਰਕਾਰ ਖਰਚ ਕਰਦੀ ਹੈ। ਇਹ ਅੱਗੇ 4 ਪ੍ਰਕਾਰ ਦੇ ਨੇ। ਸਰਵਜਨਕ ਕੰਮ ਵੀ ਸਾਂਝੇ ਕੰਮ ਜਿਹੜੇ ਸਰਕਾਰ ਕਰਦੀ ਹੈ, ਸੜਕਾਂ ਬਣਾਉਂਦੀ ਹੈ, ਪੁਲ ਬਣਾਉਂਦੀ ਹੈ, ਡੈਮ ਬਣਾਉਂਦੀ ਹੈ। ਅਤੇ ਸਰਵਜਨਕ ਕਲਿਆਣ ਦੇ ਕੰਮ ਜਿਵੇਂ ਸਾਡੀ ਸਿੱਖਿਆ ਉੱਤੇ, ਲੋਕਾਂ ਦੀ ਸਿਹਤ ਉੱਤੇ, ਸੁਰੱਖਿਆ ਉੱਤੇ ਜਿਹੜਾ ਖਰਚ ਕਰਦੀ ਹੈ। ਅੱਗੇ ਸਾਡਾ ਇਹੀ ਆ ਗਿਆ ਦੇਸ਼ ਦੀ ਸੁਰੱਖਿਆ ਅਤੇ ਕਾਨੂੰਨ ਦੀ ਵਿਵਸਥਾ, ਜਿਹੜਾ ਦੇਸ਼ ਦੀ ਸੁਰੱਖਿਆ ਵਾਸਤੇ ਸਰਕਾਰ ਆ ਜਿਹੜਾ ਖਰਚ ਕਰਦੀ ਹੈ, ਜਿਵੇਂ ਪੁਲਿਸ ਅਤੇ ਜੇਲ੍ਹਾਂ ਉੱਪਰ। ਅਗਲਾ ਸਾਡਾ ਆ ਗਿਆ ਆਰਥਿਕ ਸਹਾਇਤਾ, ਜਿਹੜੀ ਸਰਕਾਰ ਉਤਪਾਦਕਾਂ ਨੂੰ ਉਤਪਾਦਨ ਵਧਾਉਣ ਲਈ ਅਤੇ ਨਿਰਯਾਤ ਕਰਨ ਲਈ ਜਿਹੜੀ ਆਰਥਿਕ ਸਹਾਇਤਾ ਦਿੰਦੀ ਆ ਲੋਕਾਂ ਨੂੰ, ਉਹਨੂੰ ਅਸੀਂ ਕਹਿੰਦੇ ਹਾਂ ਆਰਥਿਕ ਸਹਾਇਤਾ। ਉਹ ਕਰਨ ਲਈ ਖਰਚੇ ਨੂੰ ਅਸੀਂ। ਅਤੇ ਇਹਦੇ ਨਾਲ ਹੀ ਬੱਚਿਓ ਜਿਹੜਾ ਆਪਣਾ ਮੁੱਢਲੀਆਂ ਧਾਰਨਾਵਾਂ ਦਾ ਪਾਠ ਆ ਜਿਹੜਾ ਉਸ ਆਪਣਾ ਪੂਰਾ ਹੋ ਗਿਆ। ਆਸ ਹੈ ਕਿ ਤੁਹਾਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਊਗਾ। ਅੱਗੇ ਦੇ ਪ੍ਰਸ਼ਨ ਉੱਤਰ ਨੇ ਜਿਹੜੇ ਤੁਸੀਂ ਆਪਣੀਆਂ ਕਾਪੀਆਂ ਦੇ ਉੱਪਰ ਇਹ ਮਾਈਂਡ ਮੈਪ ਵੀ ਨੋਟ ਕਰ ਲਿਆ ਕਰੋ, ਬਹੁਤ ਸੌਖੇ ਨੇ ਯਾਦ ਰੱਖਣੇ। ਅਤੇ ਜੇ ਤੁਹਾਨੂੰ ਇਹਦੇ ਸੰਬੰਧੀ ਫਿਰ ਵੀ ਤੁਹਾਨੂੰ ਕੋਈ PDF ਫਾਈਲ ਚਾਹੀਦੀ ਹੈ ਜਾਂ ਪ੍ਰਸ਼ਨ ਉੱਤਰ ਇਹ ਤੋਂ ਚੰਗੀ ਤਰ੍ਹਾਂ ਨਹੀਂ ਦਿਖ ਰਹੇ ਤਾਂ ਅਸੀਂ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਇਹਦੀ PDF ਫਾਈਲ ਜਿਹੜੀ ਪਾ ਦਾਂਗੇ, ਤੁਸੀਂ ਉੱਥੋਂ ਨੋਟ ਕਰ ਸਕਦੇ ਹੋ। ਅਗਲੇ ਲੈਸਨ ਲੈ ਕੇ ਫਿਰ ਮਿਲਾਂਗੇ। ਧੰਨਵਾਦ ਬੇਟਾ, ਬਾਏ ਬਾਏ।